ਸਤਿ ਸ੍ਰੀ ਅਕਾਲ। ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ। ਮੈਂ ਹਾਂ ਕਮਲਪ੍ਰੀਤ ਸਿੰਘ ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ। ਸੀਐਮ ਦੀ ਘੁਰਕੀ ਤੋਂ ਡਰੇ ਹੜਤਾਲੀ ਅਫਸਰ ਹੁਣ ਕੰਮ ਤੇ ਪਰਤੇ। ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ। ਲੁਧਿਆਣਾ 'ਚ ਭਾਰਤ ਜੋੜੋ ਯਾਤਰਾ ਦਾ ਵਿਰੋਧ। ਪਾਕ 'ਚ ਕਣਕ ਦੀ ਕੋਈ ਕਿੱਲਤ ਨਹੀਂ, ਖੁਰਾਕ ਸੁਰੱਖਿਆ ਤੇ ਖੋਜ ਮੰਤਰਾਲੇ ਨੇ ਕੀਤਾ ਖੁਲਾਸਾ। ਅਤੇ ਸਕੂਲੀ ਬੱਸ ਨਾਲ ਟਕਰਾਈ ਐਕਟਿਵਾ, ਬਜ਼ੁਰਗ ਔਰਤ ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਅਹਿਮ ਖਬਰਾਂ ਦੀ ਜਾਣਕਾਰੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤ ਚੇਤਾਵਨੀ ਤੋਂ ਬਾਅਦ ਪੀਸੀਐਸ ਅਫਸਰਾਂ ਨੇ ਹੁਣ ਮੁੜ ਕੰਮ ਤੇ ਪਰਤਣ ਦਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸੰਬੰਧੀ ਪ੍ਰਮੁੱਖ ਸਕੱਤਰ ਵੇਨੂ ਪ੍ਰਸਾਦ ਦੇ ਨਾਲ ਅਫਸਰਾਂ ਦੀ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਅਫਸਰਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ। ਪ੍ਰਮੁੱਖ ਸਕੱਤਰ ਵੇਨੂ ਪ੍ਰਸਾਦ ਨੇ ਇਹ ਐਲਾਨ ਕੀਤਾ ਕਿ ਪੀਸੀਐਸ ਅਫਸਰ ਛੇਤੀ ਹੀ ਕੰਮ ਉੱਤੇ ਪਰਤਣਗੇ। ਦਰਅਸਲ ਬੀਤੇ ਦਿਨੀ ਪੀਸੀਐਸ ਅਫਸਰ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸਮੂਹਿਕ ਛੁੱਟੀ ਉੱਤੇ ਚੱਲ ਰਹੇ ਪੀਸੀਐਸ ਅਫਸਰਾਂ ਨੂੰ 2 ਵਜੇ ਤੱਕ ਡਿਊਟੀ ਉੱਤੇ ਆਉਣ ਦੇ ਲਈ ਦਿੱਤੀ ਚੇਤਾਵਨੀ ਤੋਂ ਬਾਅਦ ਪੀਸੀਐਸ ਅਫਸਰਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਹੁਣ ਪੀਸੀਐਸ ਅਧਿਕਾਰੀ ਆਪਣੇ ਕੰਮਾਂ ਉੱਤੇ ਪਰਤਣਗੇ। ਅਸੀਂ ਜੋ ਪੀਸੀਐਸ ਅਫਸਰ ਐਸੋਸੀਏਸ਼ਨ ਵੱਲੋਂ 9 ਤਰੀਕ ਤੋਂ ਜਿਹੜਾ ਸਮੂਹ ਛੁੱਟੀ ਜਾਣ ਦਾ ਫੈਸਲਾ ਕੀਤਾ ਸੀ, ਇੱਕ ਪੀਸੀਐਸ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਆਰਟੀਏ ਲੁਧਿਆਣਾ ਔਰ ਇੱਕ ਮੈਡਮ ਨੀਲਮਾ ਆਈਏਐਸ ਜਿਨ੍ਹਾਂ ਦੇ ਖਿਲਾਫ ਰੂਲਾਂ ਤੋਂ ਬਾਹਰ ਜਾ ਕੇ ਜਿਹੜਾ ਵਿਜੀਲੈਂਸ ਨੇ ਕਾਰਵਾਈ ਕੀਤੀ ਸੀ, ਉਹਦੇ ਰੋਸ ਵਜੋਂ ਉਹਨਾਂ ਨੇ ਸਮੂਹ ਛੁੱਟੀ ਤੇ ਜਾਣ ਦਾ ਫੈਸਲਾ ਕੀਤਾ ਸੀ। ਕਿਉਂਕਿ ਅਸੀਂ ਅਜਿਹੀਆਂ ਜਿਹੜੀਆਂ ਸਰਕਾਰ ਦੀਆਂ ਏਜੰਸੀਆਂ ਜਦੋਂ ਕਿਸੇ ਅਫਸਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਦਬਾਉਣ ਦਾ ਕੋਈ ਕਰਦੀਆਂ ਤਾਂ ਅਸੀਂ ਇਸ ਦੇ ਵਿਰੁੱਧ ਖੜਦੇ ਹਾਂ। ਅਸੀਂ ਬਿਲਕੁਲ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਮਾਨ ਸਰਕਾਰ ਨੂੰ ਕਲੀਅਰ ਕਿਹਾ ਸੀ, ਤੁਹਾਡੀ ਜਿਹੜੀ ਇਹ ਮੁਹਿੰਮ ਆ ਕਰਪਸ਼ਨ ਦੇ ਖਿਲਾਫ, ਅਸੀਂ ਕਰਪਸ਼ਨ ਦੇ ਖਿਲਾਫ ਬਿਲਕੁਲ ਤੁਹਾਡਾ ਨਾਲ ਸਾਥ ਦੇ ਰਹੇ ਹਾਂ, ਤੁਹਾਡੇ ਨਾਲ ਖੜੇ ਹਾਂ। ਅਸੀਂ ਜੋ ਹੋਰ ਵੀ ਕੋਈ ਲੋਕ ਹੈਗੇ ਆ, ਹਜੇ ਵੀ ਕੋਈ 1-2% ਹੈ, ਤਾਂ ਅਸੀਂ ਉਹਨਾਂ ਨੂੰ ਹਜੇ ਵੀ ਇਹ ਕਹਿੰਦੇ ਕਿ ਕਰਪਸ਼ਨ ਬਿਲਕੁਲ ਬੰਦ ਕਰ ਦੇਣ। ਅਸੀਂ ਉਸ ਜਿਹੜਾ ਰੂਲਾਂ ਨੂੰ ਨਾ ਫੋਲੋ ਕਰਕੇ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੂੰ ਫੜਿਆ ਗਿਆ ਸੀ, ਤਾਂ ਉਹਦੇ ਜੋ ਫੈਸਲਾ ਲਿਆ ਗਿਆ ਸੀ ਉਹਦੇ ਤਹਿਤ ਸਾਡੇ ਡੀਸੀ ਦਫ਼ਤਰਾਂ ਦੇ ਕਾਮਿਆਂ ਨੇ ਵੀ 9 ਤਰੀਕ ਤੋਂ ਸਮੂਹ ਛੁੱਟੀ ਤੇ ਉਹਨਾਂ ਦੇ ਸਮਰਥਨ ਵਿੱਚ ਜਾਣ ਦਾ ਫੈਸਲਾ ਕੀਤਾ ਸੀ ਤੇ ਅੱਜ ਤੱਕ ਉਹ ਚੱਲਦਾ ਰਿਹਾ ਹੈਗਾ। ਅਗਲਾ ਫੈਸਲਾ ਜੋ ਅੱਜ ਪੀਸੀਐਸ ਅਫਸਰ ਐਸੋਸੀਏਸ਼ਨ ਤੇ ਆਈਐਸ ਐਸੋਸੀਏਸ਼ਨ ਦੀ ਜੋ ਮੀਟਿੰਗ ਹੋਈ ਹੈ ਸਰਕਾਰ ਦੇ ਲੈਵਲ ਤੇ, ਉਹਦੇ ਵਿੱਚ ਉਹਨਾਂ ਵੱਲੋਂ ਜੋ ਫੈਸਲਾ ਲਿਆ ਗਿਆ, ਕਿਉਂਕਿ ਅਸੀਂ ਤਾਂ ਸਮਰਥਨ ਉਹਨਾਂ ਦੇ ਨਾਲ ਸੀ, ਉਹਨਾਂ ਵੱਲੋਂ ਫੈਸਲਾ ਇਹ ਕੀਤਾ ਗਿਆ ਕਿ ਸਰਕਾਰ ਵੱਲੋਂ ਉਹਨਾਂ ਨੂੰ ਬਹੁਤ ਵਧੀਆ ਢੰਗ ਨਾਲ ਸੁਣਿਆ ਗਿਆ ਹੈਗਾ ਔਰ ਹਫ਼ਤੇ ਦੇ ਵਿੱਚ ਜੋ ਪਹਿਲਾਂ ਤੋਂ 2, 4, 5, 7 ਸਾਲ ਤੋਂ ਜਿੰਨੀਆਂ ਚੱਲ ਰਹੀਆਂ ਸੀ ਇਨਕੁਆਇਰੀਆਂ ਜਾਂ ਜਿਨ੍ਹਾਂ ਕੇਸਾਂ ਦੇ ਵਿੱਚ ਹਾਈ ਕੋਰਟ, ਮਾਣਯੋਗ ਹਾਈ ਕੋਰਟ ਜਾਂ ਹੋਰ ਇਨਕੁਆਇਰੀਆਂ ਦੇ ਵਿੱਚ ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਗਲਤ ਸਾਬਤ ਹੋਈ ਆ, ਤਾਂ ਉਹਨਾਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ ਲਈ ਜੋ ਉਹਨਾਂ ਵੱਲੋਂ ਪ੍ਰਪੋਜ਼ਲ ਰੱਖੀ ਗਈ ਆ, ਸਰਕਾਰ ਨੇ ਉਸ ਨੂੰ ਸਰਕਾਰ ਨੂੰ ਹਫ਼ਤੇ ਦਾ ਟਾਈਮ ਉਹਦੇ ਵਿੱਚ ਦਿੱਤਾ ਗਿਆ ਤੇ ਉਹਨਾਂ ਨੇ ਸਮੂਹ ਛੁੱਟੀ ਦਾ ਫੈਸਲਾ ਵਾਪਸ ਲੈਣ ਦਾ ਫੈਸਲਾ ਕੀਤਾ। ਅਸੀਂ ਉਹਨਾਂ ਦੇ ਫੈਸਲੇ ਦੇ ਪਹਿਲਾਂ ਹੀ ਸਮਰਥਨ ਦੇ ਵਿੱਚ ਸੀ ਤੇ ਇਸ ਫੈਸਲੇ ਦੇ ਵਿੱਚ ਵੀ ਉਹਨਾਂ ਦੇ ਨਾਲ ਸਮਰਥਨ 'ਚ ਅਸੀਂ ਉਹ ਜਿਹੜਾ ਆਪਣਾ ਡੀਸੀ ਦਫ਼ਤਰ ਦੇ ਕੰਮ ਦਾ ਸਮੂਹ ਛੁੱਟੀ ਜਾਣ ਦਾ ਫੈਸਲਾ ਸੀ, ਅਸੀਂ ਉਹਨੂੰ ਵਾਪਸ ਲੈਂਦੇ ਹਾਂ। ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਅੱਜ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਤਮਸਤਕ ਹੋ ਕੇ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਨਾਲ ਸੀ। ਇਸ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਤੋਂ ਅਗਲੇ ਪੜਾਅ ਲਈ ਯਾਤਰਾ ਰਵਾਨਾ ਹੋਈ। ਮੰਡੀ ਗੋਬਿੰਦਗੜ੍ਹ ਦੇ ਖਾਲਸਾ ਗਰਾਊਂਡ ਤੋਂ ਸ਼ੁਰੂ ਹੋਈ ਇਹ ਯਾਤਰਾ ਖੰਨਾ ਵਿਖੇ ਆ ਕੇ ਰੁਕੀ। ਰਸਤੇ 'ਚ ਹਲਕੀ ਬੂੰਦਾਬਾਂਦੀ ਦੇ ਬਾਵਜੂਦ ਰਾਹੁਲ ਗਾਂਧੀ ਦੇ ਕਦਮ ਅੱਗੇ ਵਧ ਰਹੇ ਸਨ। ਦੁਪਹਿਰ ਬਾਅਦ ਮੰਡੀ ਗੋਬਿੰਦਗੜ੍ਹ ਪੁੱਜ ਕੇ ਰਾਹੁਲ ਗਾਂਧੀ ਨੇ ਕੁਝ ਸਮਾਂ ਆਰਾਮ ਕੀਤਾ ਅਤੇ ਸਾਬਕਾ ਸੈਨਿਕਾਂ ਦੇ ਨਾਲ ਮੁਲਾਕਾਤ ਕੀਤੀ। ਆਰਾਮ ਕਰਨ ਤੋਂ ਬਾਅਦ ਰਾਹੁਲ ਗਾਂਧੀ ਇੱਕ ਵਾਰ ਫਿਰ ਆਪਣੇ ਪੁਰਾਣੇ ਰੰਗ ਵਿੱਚ ਨਜ਼ਰ ਆਏ। ਫਿਲਹਾਲ ਉਹਨਾਂ ਨੇ ਮੰਗਲਵਾਰ ਨੂੰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਸਵੇਰੇ ਯਾਤਰਾ ਸ਼ੁਰੂ ਕਰਨ ਸਮੇਂ ਪਹਿਨੀ ਹੋਈ ਪੱਗ ਉਤਾਰ ਦਿੱਤੀ। हमारे जो प्रेस के मित्र हैं, मित्र कह देता हूं मगर हमारी बात तो रखते नहीं है कभी। प्रधानमंत्री का चेहरा दिखाते हैं 24 घंटे, बेरोजगारी की बात नहीं रखते, महंगाई की बात नहीं उठाते। कारण है कि ये जो बीजेपी के लोग नफरत फैला रहे हैं, डर फैला रहे हैं, हिंसा फैला रहे हैं, ये इस देश का तरीका नहीं है, इस देश का इतिहास नहीं है, इस देश की हिस्ट्री नहीं है। ये देश भाईचारे का देश है, एकता का देश है, इज्जत का देश है, रिस्पेक्ट का देश है। और इसीलिए यात्रा
सफल हो रही है। लोगों ने कहा कि देखिए कांग्रेस पार्टी के नेता 3000 किलोमीटर चल रहे हैं, और जहां भी मैं जाता हूं मैं कहता हूं कि ये कोई बड़ी बात नहीं है। पंजाब का हर एक किसान हमसे ज्यादा चलता है। ठीक है, वो कन्याकुमारी से कश्मीर तक नहीं चलता है, मगर वो अपने खेत में रोज चलता है, मंडी तक पैदल जाता है। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਪੰਜਾਬ ਵਿੱਚ ਦਾਖਲ ਹੋ ਗਈ ਹੈ। ਯਾਤਰਾ ਭਲਕੇ ਲੁਧਿਆਣਾ ਪਹੁੰਚੇਗੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਮਹਾਨਗਰ ਵਿੱਚ ਵਿਰੋਧ ਸ਼ੁਰੂ ਹੋ ਚੁੱਕਾ ਹੈ। ਲੁਧਿਆਣਾ 'ਚ ਕਾਂਗਰਸ ਭਵਨ ਦੇ ਬਾਹਰ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੋਸਟਰ ਚਿਪਕਾਏ ਗਏ ਹਨ। ਪੋਸਟਰ ਤੇ ਲਿਖਿਆ ਗਿਆ ਹੈ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਜਵਾਬ ਦੇਣ ਕਿ 1947 'ਚ ਭਾਰਤ ਦੀ ਵੰਡ ਹੋਈ ਸੀ, 20 ਲੱਖ ਨਿਰਦੋਸ਼ ਮਾਰੇ ਗਏ ਸਨ ਤੇ 1984 ਵਿੱਚ ਸਿੱਖ ਵਿਰੋਧੀ ਦੰਗਿਆਂ ਵਿੱਚ ਸੈਂਕੜੇ ਬੇਗੁਨਾਹ ਲੋਕ ਮਾਰੇ ਗਏ ਸਨ। वेरीफाई करके मीडियम ब्रीफिंग फैक्ट्स वेरीफाई करके मीडियम ब्रीफिंग दे सकते वेरीफाई करके मीडियम ब्रीफिंग ठीक है सर, है तो पोस्टर सर ना भाई साहब, फैक्ट्स वेरीफाई करके मीडिया ਨੂੰ ब्रीफिंग दे दी जाए प्लीज। ठीक है सर, प्लीज, थैंक यू। अद्धी अधूरी जानकारी देना सही नहीं है जनता को। फैक्ट्स प्रॉपर वेरीफाई कर लिए, मीडिया ਨੂੰ प्रॉपर जानकारी दे सर। थोड़ी ਪਾਕਿਸਤਾਨ 'ਚ ਬੀਤੇ ਵਰ੍ਹੇ ਦੌਰਾਨ ਆਏ ਹੜ੍ਹਾਂ ਅਤੇ ਤੇਜ਼ ਬਾਰਿਸ਼ਾਂ ਸਮੇਤ ਕਈ ਹੋਰਨਾਂ ਚੁਣੌਤੀਆਂ ਦੇ ਬਾਵਜੂਦ ਕਣਕ ਦੀ ਬਿਜਾਈ ਤਸੱਲੀ ਬਖਸ਼ ਰਹੀ ਅਤੇ ਦੇਸ਼ 'ਚ ਕਣਕ ਦੀ ਕੋਈ ਕਮੀ ਨਹੀਂ ਹੈ। ਇਹ ਖੁਲਾਸਾ ਕਰਦਿਆਂ ਖੁਰਾਕ ਸੁਰੱਖਿਆ ਅਤੇ ਖੋਜ ਮੰਤਰਾਲੇ ਨੇ ਕਿਹਾ ਹੈ ਕਿ ਉਕਤ ਦੇ ਬਾਵਜੂਦ ਕੁਝ ਸੂਬਿਆਂ 'ਚ ਭੰਡਾਰਨ, ਤਸਕਰੀ ਅਤੇ ਮੁਨਾਫਾਖੋਰੀ ਦੇ ਕਾਰਨ ਪਾਕਿਸਤਾਨੀ ਨਾਗਰਿਕਾਂ ਨੂੰ ਕਣਕ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਉਕਤ ਮੰਤਰਾਲੇ ਨੇ ਸਿਰਫ ਲਹਿੰਦੇ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬਿਆਂ 'ਚ ਹੀ ਜਮਾਖੋਰੀ ਅਤੇ ਕਾਲਾਬਾਜ਼ਾਰੀ ਦੀ ਗੱਲ ਕਹੀ ਹੈ, ਜਿੱਥੇ ਇਮਰਾਨ ਖਾਨ ਦੀ ਪਾਰਟੀ ਦੀ ਸਰਕਾਰ ਹੈ, ਜਦਕਿ ਸੂਬਾ ਸਿੰਧ ਜਿੱਥੇ ਸ਼ਾਹਬਾਜ਼ ਸ਼ਰੀਫ ਦੀ ਸਹਿਯੋਗੀ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਰਕਾਰ ਹੈ, ਉੱਥੋਂ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਦਾਅਵਾ ਕੀਤਾ ਕਿ ਪਾਕ ਦੇ ਮੌਜੂਦਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੇ ਪਿਤਾ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਸਿੰਧ ਵਿਚਲੇ ਗੋਦਾਮਾਂ 'ਚ ਹਜ਼ਾਰਾਂ ਟਨ ਕਣਕ ਦੇ ਢੇਰ ਲੱਗੇ ਹੋਏ ਹਨ। प्राइम मिनिस्टर साहब, अगर ये आप माल आपकी जेब से निकला हुआ होता, फूड अफसरान पास्को इंचार्ज को कहता हूँ, ये आपकी जेब से माल निकला हुआ होता तो इस तरह ना पड़ा हुआ होता। मुराद अली शाह, अगर ये माल आपकी जेब से निकला हुआ होता, अगर जरदारी की जेब से निकला हुआ होता, अगर बिलावल भुट्टो की जेब से निकला हुआ होता, और ये माल अगर फूड के इंस्पेक्टर की जेब से निकला हुआ होता, अगर ये मिनिस्टरों की पीपी के मिनिस्टरों की जेब से निकला हुआ होता, ये पीपी गवर्नमेंट के जो गुलाम है, जो करप्शन के बादशाह हैं, अगर उनकी जेब से ये पैसा निकला हुआ होता तो फिर इन्हें एहसास होता कि ये गंदम आवाम को किस तरह दी जाती है और आटा आवाम को किस तरह दिया जाता है। आटा महंगा होने की वजह यह है, गंदम अरबों खरबों रुपए की पड़ी है जरदारी साहब के फार्म में और रोड पर पड़ी है, और मैं कंडियारों से 5 मील किलोमीटर पहले मौजूद हूँ और मैं दिखाना चाहता हूँ पूरे पाकिस्तान को, पूरे सिंध को, प्राइम मिनिस्टर को, सीएम सिंध को और मिनिस्टर को, फूड के सिंध मिनिस्टर को, चीफ सेक्रेटरी को, तमाम को मैं ये दिखाना चाहता हूँ कि लोगों को परेशान किया जा रहा है। गंदम इशू की जाए, नहीं तो ये बड़ी बड़ी गंदम सड़ जाएगी। ਜਲੰਧਰ ਦੇ ਰਾਮਾ ਮੰਡੀ ਹੁਸ਼ਿਆਰਪੁਰ ਰੋਡ ਤੇ ਇੱਕ ਸਕੂਲੀ ਬੱਸ ਨਾਲ ਇੱਕ ਐਕਟਿਵਾ ਦੀ ਟੱਕਰ ਨਾਲ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦਕਿ ਐਕਟਿਵਾ ਚਾਲਕ ਮਹਿਲਾ ਦੇ ਪਤੀ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਮੌਕੇ ਤੇ ਪੁੱਜੀ ਰਾਮਾ ਮੰਡੀ ਪੁਲਿਸ ਨੇ ਸਕੂਲ ਬੱਸ ਨੂੰ ਕਬਜ਼ੇ 'ਚ ਲੈ ਕੇ ਬੱਸ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਬਜ਼ੁਰਗ ਪਤੀ ਪਤਨੀ ਲੋਹੜੀ ਵੰਡਣ ਲਈ ਰਾਮਾ ਮੰਡੀ ਦੇ ਬਾਜ਼ਾਰ 'ਚੋਂ ਲੋਹੜੀ ਦਾ ਸਮਾਨ ਲੈਣ ਆਏ ਸਨ ਕਿ ਇੱਕ ਨਿੱਜੀ ਸਕੂਲ ਦੀ ਬੱਸ ਦੀ ਟੱਕਰ ਨਾਲ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਅਤੇ ਉਹਨਾਂ ਦੇ ਪਤੀ ਨੂੰ ਵੀ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਬਜ਼ੁਰਗ ਜੋੜਾ ਬੇਅੰਤ ਨਗਰ ਦਾ ਰਹਿਣ ਵਾਲਾ ਹੈ। ਇਹ ਜੀ ਆਪਣਾ ਕੋਈ ਸਕੂਲੀ ਬੱਸ ਜਾ ਰਹੀ ਸੀਗੀ ਤੇ ਬਜ਼ੁਰਗ ਮਾਤਾ ਜੀ ਬਜ਼ੁਰਗ ਆਪਣਾ ਨਾਲ ਇਹਨਾਂ ਦੇ ਇਹ ਜਾ ਕੇ ਕੋਈ ਸਮਾਨ ਲਿਆਉਣ ਇੱਥੋਂ ਕਰਿਆਨੇ ਦੀ ਦੁਕਾਨ ਤੋਂ ਕੋਈ ਲੋਹੜੀ ਦੇਣ, ਮੈਂ ਸੁਣਨ 'ਚ ਆਇਆ ਕਿ ਕਿਸੇ ਨੂੰ ਲੋਹੜੀ ਦੇਣ ਜਾ ਰਹੇ ਸੀਗੇ ਤੇ ਬੜੀ ਮੰਦਭਾਗੀ ਜਿਹੜੀ ਘਟਨਾ ਹੈ ਇੱਥੇ ਵਾਪਰੀ ਹੈ ਇਸ ਬਾਜ਼ਾਰ ਦੇ ਵਿੱਚ ਰਸ਼ ਹੋਣ ਦੇ ਨਾਤੇ। ਸਰ ਇਹ ਪਤਾ ਕਿੱਥੇ ਰਹਿਣ ਵਾਲੇ ਆ, ਕਿੱਥੋਂ ਆ ਰਹੇ ਸੀਗੇ? ਇਹ ਮੇਰੇ ਸੁਣਨ 'ਚ ਆਇਆ ਕਿ ਬੇਅੰਤ ਨਗਰ ਤੋਂ ਜਿਹੜਾ ਹੈਗਾ ਤੇ ਉੱਥੋਂ ਸਮਾਨ ਲੈਣ ਆਏ ਆ ਬਜ਼ੁਰਗ ਦੇ ਨਾਲ।
ਮਾਤਾ ਜੀ ਬੱਸ ਵਾਲੀ ਸਾਈਡ ਟਾਇਰ ਦੇ ਥੱਲੇ ਉੱਧਰ ਆ ਗਏ ਨੇ ਤੇ ਪਿਤਾ ਜੀ ਜਿਹੜੇ ਹੈਗੇ ਬਜ਼ੁਰਗ ਉਹ ਇੱਧਰਲੇ ਪਾਸੇ ਜਿਹੜੇ ਡਿੱਗ ਪਏ ਆ। ਸਰ ਕਿਹੜੀ ਬੱਸ ਹੈ ਸਰ? ਇਹ ਕੈਮਰੇ ਸਕੂਲ ਦੀ ਬੱਸ ਹੈ ਜਿਹੜੀ ਕਿ ਆਪਣਾ ਇੱਥੇ ਮੌਜੂਦ ਹੀ ਨੇ। SHO ਸਾਹਿਬ ਮੌਕੇ ਤੇ ਪਹੁੰਚੇ ਆ। ਇਹ ਪੂਰੀ ਜਿਹੜੀ ਹੈਗੀ ਆ ਇੱਥੇ ਪੈਰਵਾਈ SHO ਸਾਹਿਬ ਜਿਹੜੇ ਹੈਗੇ ਕਰਨ। ਸਰ ਏਜ ਪਤਾ ਕਿੰਨੀ ਏਜ ਹੈ ਜੋ ਲੇਡੀਜ਼ ਸੀ? ਤਕਰੀਬਨ ਮੇਰੇ ਹਿਸਾਬ ਨਾਲ 70-75 ਸਾਲ ਦੇ ਕਰੀਬ ਹੋਣ। ਇਹਦੇ ਵਿੱਚ ਤਰਲੋਚਨ ਸਿੰਘ ਕੋਈ 75 ਸਾਲ ਦੀ ਏਜ ਹੈ। ਉਹ ਆਪਣੀ ਵਾਈਫ ਦੇ ਨਾਲ, ਉਹਨਾਂ ਦੀ 74 ਸਾਲ ਹੈ, ਸੁਦਰਸ਼ਨ ਕੌਰ, ਉਹਦੇ ਨਾਲ ਜਾ ਰਹੇ ਸੀਗੇ। ਉਹ ਜਾਣ ਦੇ ਇੱਕ ਡਿਫ ਸਕੂਲ ਦੀ ਬਾਸੀ ਜਿਹਨੂੰ ਸਤਨਾਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਵਡਿਆਣਾ ਜ਼ਿਲ੍ਹਾ ਜਲੰਧਰ, ਉਮਰ ਇਹਦੀ 50 ਸਾਲ ਹੈ, ਉਹ ਚਲਾ ਰਿਹਾ ਸੀਗਾ। ਅਤੇ ਇਹ ਆਪਸ ਵਿੱਚ ਵੱਜ ਕੇ ਤੇ ਪਿਛਲੇ ਟਾਇਰ ਦੇ ਥੱਲੇ ਆ ਕੇ ਲੇਡੀਜ਼ ਦੇ ਜਿਹੜੀ ਸੁਦਰਸ਼ਨ ਕੌਰ ਹੈ ਨਾ, ਉਹਦੇ ਸਿਰ ਉੱਤੋਂ ਦੀ ਨਿਕਲ ਗਿਆ ਅਤੇ ਉਹ ਉਸੇ ਕਰਕੇ ਉਹਦੀ ਮੌਕੇ 'ਤੇ ਹੀ ਡੈਥ ਹੋ ਗਈ। ਡਰਾਈਵਰ ਅਸੀਂ ਫੜ ਲਿਆ, ਗੱਡੀ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਆ। ਸਰ ਅੱਗੇ ਕਾਰਵਾਈ ਕੀ ਕੀਤੀ ਜਾ ਰਹੀ? ਅੱਗੇ ਅਸੀਂ ਇਹਦੇ ਵਿੱਚ ਆਪਣੇ ਜੋ ਵੀ ਲੀਗਲ 304 ਦਾ ਪਰਚਾ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਨਾ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ, ਜਿਸ ਨੇ ਪੰਜਾਬ ਅਤੇ ਸਿੱਖ ਕੌਮ ਨੂੰ ਭਾਰਤ ਨਾਲੋਂ ਤੋੜਨ ਵਾਸਤੇ ਪੂਰੀ ਵਾਹ ਲਗਾਈ, ਅੱਜ ਭਾਰਤ ਜੋੜੋ ਦੀ ਗੱਲ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਪਿਤਾ ਦੇ ਉਸ ਬਿਆਨ ਦੀ ਵੀ ਨਿਖੇਧੀ ਕਰਨੀ ਚਾਹੀਦੀ ਹੈ ਜਿਸ ਵਿੱਚ ਉਹਨਾਂ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਸੀ ਕਿ ਜਦੋਂ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਅੱਜ ਰਸਮੀ ਤੌਰ ਤੇ ਰਾਹੁਲ ਗਾਂਧੀ ਨੇ ਪੰਜਾਬ 'ਚ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ ਫਤਿਹਗੜ੍ਹ ਸਾਹਿਬ ਤੋਂ। ਕੱਲ੍ਹ ਉਹ ਦਰਬਾਰ ਸਾਹਿਬ ਉੱਥੇ ਕੱਲ੍ਹ ਮੱਥਾ ਟੇਕਣ ਗਿਆ ਤੇ ਕਈ ਫੋਟੋਆਂ ਵੀ ਉੱਥੋਂ ਦਰਬਾਰ ਸਾਹਿਬ 'ਚ ਮੱਥਾ ਟੇਕਦੇ ਉਹਦੀਆਂ ਪਬਲਿਕ ਹੋਈਆਂ, ਨਿਊਜ਼ ਚੈਨਲਸ 'ਚ ਆਈਆਂ, ਅਖਬਾਰਾਂ 'ਚ ਆਈਆਂ। ਫੋਟੋਆਂ ਦੇਖ ਕੇ ਜਿਵੇਂ ਸਾਰੇ ਜ਼ਖਮ ਹਰੇ ਹੋ ਗਏ ਹੋਣ, ਤਾਜ਼ਾ ਹੋ ਗਏ ਹੋਣ। 84 ਦੀ ਯਾਦ ਦੁਬਾਰਾ ਇੱਕ ਵਾਰੀ ਹਰ ਸਿੱਖ ਦੇ, ਹਰ ਪੰਜਾਬੀ ਦੇ ਮਨ ਵਿੱਚ ਆਈ। ਦੇਖੋ, ਮੈਂ ਦੋ ਫੋਟੋਆਂ ਉਹਦੀਆਂ ਦੇਖੀਆਂ, ਆਹ ਸੱਚਖੰਡ ਸਾਹਿਬ 'ਚ ਬੈਠੇ ਦੀ ਤੇ ਆਹ 84 ਦੀ। ਆਹ ਫੋਟੋ ਦੇਖਦੇ ਸਾਰ ਮੇਰੀਆਂ ਅੱਖਾਂ ਸਾਹਮਣੇ ਆਹ ਫੋਟੋ ਆ ਗਈ। ਦੇਖੋ, ਇਹ ਉਹ ਜ਼ਖਮ ਹੈ ਜਿਹੜੇ ਨਾ ਤਾਂ ਕਦੇ ਭਰਨੇ ਆ, ਨਾ ਕਦੇ ਭੁੱਲਣੇ ਆ। ਪਰ ਜਦੋਂ ਇਹੋ ਜਿਹੀਆਂ ਫੋਟੋ ਓਪਰਚੁਨਿਟੀਜ਼ ਲੋਕ ਜਾ ਕੇ ਕਰਨ, ਇਹ ਜ਼ਖਮ ਸਾਰੇ ਜਿਵੇਂ ਖਰੇਦ ਕੇ ਕੋਈ ਤੁਹਾਡੇ ਤਾਜ਼ਾ ਕਰਦਾ ਹੋਵੇ, ਉਹ ਹਾਲ ਹੁੰਦਾ ਬੰਦੇ ਦਾ। ਫੋਟੋ ਓਪਰਚੁਨਿਟੀ ਮੈਂ ਕਿਉਂ ਕਹਿ ਰਿਹਾ? ਕਿਉਂਕਿ ਰਾਹੁਲ ਗਾਂਧੀ ਉੱਥੇ ਮੱਥਾ ਟੇਕਣ ਗਿਆ ਦਰਬਾਰ ਸਾਹਿਬ। 1984 'ਚ ਜੋ ਕੁਝ ਦਰਬਾਰ ਸਾਹਿਬ 'ਚ ਬਲੂ ਸਟਾਰ ਆਪਰੇਸ਼ਨ ਮੌਕੇ ਵਾਪਰਿਆ, ਉਹ ਕਿਸੇ ਤੋਂ ਗੱਲ ਭੁੱਲੀ ਨਹੀਂ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਦਿੱਲੀ ਇਕਾਈ ਦੀ ਕਾਰਜਕਾਰਨੀ ਦਾ ਐਲਾਨ ਕੀਤਾ, ਜਿਸ ਵਿੱਚ ਕੁਲਦੀਪ ਸਿੰਘ ਭੋਗਲ, ਰਵਿੰਦਰ ਸਿੰਘ ਖੁਰਾਨਾ, ਭੁਪਿੰਦਰ ਸਿੰਘ ਆਨੰਦ ਵਰਗੇ ਪੁਰਾਣੇ ਅਕਾਲੀ ਆਗੂਆਂ ਨੂੰ ਥਾਂ ਦਿੱਤੀ ਗਈ ਹੈ। ਬਾਕੀ ਟੀਮ ਦਾ ਐਲਾਨ 2 ਹਫ਼ਤਿਆਂ ਵਿੱਚ ਕਰ ਦਿੱਤਾ ਜਾਵੇਗਾ। ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਨੂੰ ਉਸੇ ਬੁਲੰਦੀਆਂ ਤੇ ਪਹੁੰਚਾਇਆ ਜਾਵੇਗਾ ਜਿਸ ਤੇ ਇਹ ਪਹਿਲੇ ਸਮਿਆਂ ਵਿੱਚ ਸੀ। देखो, मैं समझना कि भी जो श्रोमणी अकाली दल का इतिहास रहा, उस इतिहास का सदका सर प्रकाश सिंह बादल जो श्रोमणी अकाली दल के सरपरस्त रहे ने, सारी जिंदगी जेलों से रह के जो पंथ दर्दी है ने, जो पंथ और कौम के वास्ते काम करते रहे ने, सर सुखबीर सिंह बादल की सोच का सदका और सर परमजीत सिंह सरना के तजर्बे का सदका और सर परमजीत सिंह सरना ने जो अपनी होंद बनाई है पूरी हिंदुस्तान नहीं, हिंदुस्तान तो बाहर भी अपनी अलग छाप छड्डी है। उस तजर्बे का सदका जड़ा है, मैं समझना कि हुण दिल्ली से गुरुद्वारा प्रबंधक कमेटी हो भावें तो जो प्रबंध मिलेगा तो वो सरना साहब ने पहले ही गल की भी हुण प्रबंध ऐसा चलावांगे, काम करके दिखावांगे। मैं समझना कि आने वाला समा जो श्रोमणी अकाली दल वास्ते वो चढ़ती कला का समय, चढ़ती कला ਦੇ ਵਿੱਚ ਜਾਵਾਂਗੇ। ਸਰਨਾ ਸਾਹਿਬ ਹਮੇਸ਼ਾ ਗੱਲ ਕਰਦੇ ਨੇ ਕਿ ਨਿਜ਼ਾਮ ਸਾਡੇ ਹੱਥ ਆ ਜੇ ਤੇ 6-7-8 ਮਹੀਨਿਆਂ ਦੇ ਵਿੱਚ ਜਿਹੜਾ ਜੋ ਪੈਂਡਿੰਗ ਸਕੂਲਾਂ ਦੀ ਫੀਸ ਜੋ ਤਨਖਾਹਾਂ ਨੇ ਮੁਲਾਜ਼ਮਾਂ ਦੀਆਂ ਲੈ ਕੇ ਟੀਚਰਾਂ ਦੀਆਂ, ਇਹ ਸਭ ਮੈਨੇਜ ਹੋ ਜਾਏਗਾ। ਇੰਨੇ ਸਾਲਾਂ ਤੋਂ ਇਹਨਾਂ ਤੋਂ ਹੋਇਆ ਨਹੀਂ ਤੇ ਕਿਸ ਤਰ੍ਹਾਂ ਮੁਮਕਿਨ? ਨਹੀਂ, ਦੇਖੋ ਗੱਲ ਤੇ ਪ੍ਰਬੰਧ ਆਉਣ ਉੱਤੇ ਅੱਗੇ ਜਦੋਂ ਪ੍ਰਬੰਧ ਆਏਗਾ ਤਾਂ ਉਹ ਬੜੀ
ਠੀਕ ਗੱਲ ਕਰ ਰਹੇ ਨੇ ਵੀ ਜਦੋਂ ਪ੍ਰਬੰਧ ਮੇਰੇ ਹੱਥਾਂ 'ਚ ਆਏਗਾ, ਸਾਡੇ ਹੱਥਾਂ 'ਚ ਆਏਗਾ ਤਾਂ ਹੀ ਕੁਝ ਕਰਕੇ ਦਿਖਾਵਾਂਗੇ ਤੇ ਗੁਰੂ ਮਹਾਰਾਜ ਕਰੇਗਾ। ਜੋ ਮੈਂ ਗੱਲ ਕੀਤੀ ਨਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸਾਹਿਬ ਆਏ ਨੇ, ਸ਼ਾਮਿਲ ਹੋਏ ਨੇ, ਉਹਨਾਂ ਦਾ ਤਜਰਬਾ ਰੰਗ ਲਿਆਏਗਾ। ਹਾਂ, ਦੇਖੋ, ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਅਨੁਸਾਰ ਸਰਦਾਰ ਪਰਮਜੀਤ ਸਿੰਘ ਸਰਨਾ ਜੋ ਪ੍ਰਧਾਨ ਬਣਾਏ ਗਏ ਸੁਖਬੀਰ ਸਿੰਘ ਬਾਦਲ ਦੀ ਤਰਫੋਂ ਅਕਾਲੀ ਦਲ ਦੇ, ਅੱਜ ਉਹਨਾਂ ਨੇ 2 ਮਹੀਨੇ ਬਾਅਦ 17 ਮੈਂਬਰੀ ਕੋਰ ਕਮੇਟੀ ਬਣਾਈ ਹੈ। ਅਸੀਂ ਇਹਨਾਂ ਨੂੰ ਯਕੀਨ ਦਿਲਾਇਆ ਜਿਹੜੇ ਪੁਰਾਣੇ ਬੰਦੇ ਹੈਗੇ ਹਨ ਔਰ ਜਿਹੜੇ ਨਵੇਂ ਬੰਦੇ ਹੁਣ ਆਏ ਹਨ ਉਹਨਾਂ ਨੂੰ ਅਸੀਂ ਨਾਲ ਲੈ ਕੇ ਪਰਮਜੀਤ ਸਿੰਘ ਸਰਨਾ ਨੂੰ ਅੱਗੇ ਨਾਲ ਲਾਂਗੇ। ਔਰ ਜਿਹੜੀਆਂ ਗੱਲਾਂ ਜਿਨ੍ਹਾਂ ਦੇ ਵਿੱਚ ਅੱਜ ਜੋ ਕੰਮ ਕਰਦੇ ਪਏ ਹਨ, ਗਲਤ ਕੰਮ ਕਰਦੇ ਵੇ, ਲੋਕਾਂ ਨੂੰ ਪੈਸੇ ਦਿੰਦੇ ਪਏ ਨੇ, ਕਿਸੇ ਨੂੰ ਐਡਵਾਂਸ ਦਿੰਦੇ ਪਏ ਨੇ, ਕਿਸੇ ਨੂੰ ਗੁਰਦੁਆਰਿਆਂ ਦੇ ਵਿੱਚ ਜੋ ਕੰਮ ਇਹ ਕਰ ਰਹੇ ਨੇ, ਜੋ ਸਰਕਾਰ ਦਰਬਾਰੇ ਹੁਣ ਜੋ ਪਿੱਛੇ ਇਹਨਾਂ ਨੇ ਵੀਰ ਸਾਹਿਬਜ਼ਾਦਿਆਂ ਦਾ ਉਹ ਮਨਾਇਆ, ਬਾਲ ਦਿਵਸ ਮਨਾਇਆ, ਉਹ ਇਹਨਾਂ ਦੀ ਜਿਹੜੀ ਔਕਾਤ ਸੀ ਉਹ ਨਰਿੰਦਰ ਮੋਦੀ ਜੀ ਨੂੰ ਤੇ ਅਮਿਤ ਸ਼ਾਹ ਜੀ ਨੂੰ ਪਤਾ ਚੱਲ ਗਈ ਹੈ। ਔਰ ਇਹਨਾਂ ਨੇ ਇਹ ਕਿਹਾ ਸੀ ਅਸੀਂ ਨੈਸ਼ਨਲ ਸਟੇਡੀਅਮ ਦੇ ਅੰਦਰ ਇਹ ਪ੍ਰੋਗਰਾਮ ਕਰਾਂਗੇ, ਮਗਰ ਉਹ ਪ੍ਰੋਗਰਾਮ ਇਹਨਾਂ ਨੇ ਅੰਦਰ ਨਹੀਂ ਕੀਤਾ, ਨੈਸ਼ਨਲ ਸਟੇਡੀਅਮ ਤੋਂ ਬਾਹਰ ਕੀਤਾ, ਜਿੱਥੇ 3000 ਬੱਚਾ ਜਿਹੜਾ ਸਕੂਲਾਂ ਦਾ ਸੀ, ਸਕੂਲਾਂ ਦਾ ਸਟਾਫ ਸੀ, ਨਾਲ ਉਸ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦਾ ਸਟਾਫ ਸੀ, ਉਹੀ ਸੀ। ਸਿਰਫ ਉੱਥੇ ਤਰਲੋਚਨ ਸਿੰਘ ਸਰਨਾ ਸੀ ਜਿਹੜੇ ਹਮੇਸ਼ਾ ਬੋਲੀ ਬੋਲਦੇ, 1-2 ਬੰਦੇ ਹੋਰ ਸੀ। ਬੀਤੇ ਸੋਮਵਾਰ ਨੂੰ ਬਾਅਦ ਦੁਪਹਿਰ ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਸੁਰਿੰਦਰ ਸ਼ਿੰਦਾ ਦੇ ਡਰਾਈਵਰ ਵੱਲੋਂ ਮੇਅਰ ਦੇ ਗਨਮੈਨ ਦੇ ਅਸਲੇ ਨਾਲ ਹੀ ਇੱਕ ਲੜਕੀ ਦੇ ਘਰ ਵਿੱਚ ਦਾਖਲ ਹੋ ਕੇ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਅਜੇ ਤੱਕ ਲੜਕੀ ਦਾ ਸੰਸਕਾਰ ਨਹੀਂ ਕੀਤਾ ਗਿਆ ਤੇ ਅੱਜ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਵੱਲੋਂ ਉਕਤ ਮਾਮਲੇ 'ਚ ਮੇਅਰ ਦੇ ਗਨਮੈਨ ਵਿਰੁੱਧ ਬਣਦੀ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਕੱਲ 12 ਜਨਵਰੀ ਨੂੰ ਉਹ ਕਮਾਲਪੁਰ ਚੌਂਕ ਵਿੱਚ ਲੜਕੀ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕਰਨਗੇ। ਨਹੀਂ, ਅਸੀਂ ਨਹੀਂ ਕਰਾਇਆ ਜੀ, ਅਜੇ ਪਰਚਾ ਕਟਵਾ ਕੇ ਤਾਂ ਫਿਰ ਆਪਾਂ ਪੋਸਟਮਾਰਟਮ ਕਰਾਂਗੇ। ਉਹਨਾਂ ਚਿਰ ਪੋਸਟਮਾਰਟਮ ਨਹੀਂ ਹੋਊਗਾ। ਪਰਚਾ ਜਿਹੜਾ ਮਤਲਬ ਮੇਅਰ ਦਾ ਬਾਡੀਗਾਰਡ ਆ, ਉਹ 'ਤੇ ਅਸੀਂ ਪਰਚਾ ਕਰਾਉਣਾ ਚਾਹੁੰਦੇ ਹਾਂ। ਉਹਦਾ ਵੈਪਨ ਸੀਗਾ ਤੇ ਉਹਨੂੰ ਡਰਾਈਵਰ ਲੈ ਗਿਆ ਉਹਦੇ ਕੋਲੋਂ, ਉਹਦੀ ਗੱਡੀ ਸੀ ਤੇ ਦੂਸਰਾ ਗੱਡੀ ਦੇ ਵੀ ਪਰਚਾ ਹੋਣਾ ਚਾਹੀਦਾ। ਅਸਲਾ ਤਾਂ ਪਤਾ ਹੀ ਆ, ਉਹ ਤਾਂ ਪਤਾ ਹੀ ਆ ਕਿ ਅਸਲਾ ਤਾਂ ਪਤਾ ਹੀ ਆ, ਮੇਅਰ ਦੇ ਬਾਡੀਗਾਰਡ ਦਾ ਆ। ਇਹ ਰਾਜਨੀਤੀ ਕਰ ਰਹੇ ਆ, ਬਚਾ ਰਿਹਾ ਉਹਨੂੰ ਆਪਣੇ ਮੁਲਾਜ਼ਮ ਕਰਕੇ। ਅਸੀਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਪਰਚਾ ਕੱਟਦੇ ਤਾਂ ਠੀਕ ਹੈ 5 ਵਜੇ ਤੱਕ, ਨਹੀਂ ਤਾਂ ਅਸੀਂ ਡੈੱਡ ਬਾਡੀ ਕੱਲ੍ਹ ਨੂੰ ਜਗਤਪੁਰੇ ਚੌਂਕ ਦੇ ਵਿੱਚ ਰੱਖ ਕੇ ਆਪਣਾ ਮੁਜ਼ਾਹਰਾ ਕਰਾਂਗੇ ਕਮਾਲਪੁਰ ਚੌਂਕ। ਦੇਖੋ, ਸਮਰਥਨ ਦੀ ਗੱਲ ਤਾਂ ਇਹ ਕਿ ਹਮੇਸ਼ਾ ਹੀ ਇੱਕ ਇਨਸਾਨੀਅਤ ਦੇ ਨਾਤੇ ਕੋਈ ਵੀ ਇਨਸਾਨ ਆ ਹਰੇਕ ਨਾਲ ਖੜਦਾ ਜਿਹਦੇ ਨਾਲ ਇਦਾਂ ਦੀ ਮੰਦਭਾਗੀ ਘਟਨਾ ਹੋਈ ਹੋਵੇ। ਵੈਸੇ ਵੀ ਉਹ ਸਾਡੇ ਜਿਹੜੇ ਬਿੰਦਾ ਭਾਜੀ ਆ ਉਹ ਸਾਡਾ ਭਰਾ ਆ, ਠੀਕ ਆ, ਆਟੋ ਚਲਾਉਂਦੇ ਸਾਡੇ ਨਾਲ ਹਰ ਵੇਲੇ ਰਹਿੰਦੇ ਆ। ਜਿਹੜੀ ਘਟਨਾ ਇਹ ਵਾਪਰੀ ਆ ਤੇ ਉਹ ਦੇਖੋ ਇੱਕ ਬੰਦੇ ਦੀ ਲਾਪਰਵਾਹੀ ਦੇ ਨਾਲ 2 ਜਾਨਾਂ ਗਈਆਂ। ਹੁਣ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿ ਰਹੇ ਹਾਂ ਕਿ ਜੇ ਇਹ ਘਟਨਾ ਹੋਈ ਆ ਉਸ ਬੰਦੇ ਦੀ ਲਾਪਰਵਾਹੀ ਦੇ ਨਾਲ ਉਹਨੂੰ ਵੀ ਅਰੈਸਟ ਕੀਤਾ ਜਾਵੇ। ਜੇ ਤੁਸੀਂ ਸਸਪੈਂਡ ਕੀਤਾ ਉਹ ਤਾਂ ਕੱਲ ਨੂੰ ਫੇਰ ਬਹਾਲ ਹੋ ਜਾਣਾ। ਪਰ ਗੱਲ ਇਹ ਆ ਕਿ ਜਿਹੜੇ 2 ਬੱਚਿਆਂ ਦੀ ਜਾਨ ਚਲ ਗਈ ਉਹ ਬੰਦਾ ਕੀ ਕਰੂਗਾ? ਉਹਦੀ ਜਾਨ ਦੇ ਉਹ ਤਾਂ ਇਸ ਵੇਲੇ ਪਲ-ਪਲ ਮਰ ਰਿਹਾ। ਪ੍ਰਸ਼ਾਸਨ ਉਹਨੂੰ ਅਰੈਸਟ ਕਰਨ ਦੀ ਬਜਾਏ ਸਮਾਂ ਉਹਨੂੰ ਸਪੋਰਟ ਕੀਤੀ ਜਾ ਰਹੀ ਆ। ਸਵੇਰ ਦੇ ਆ ਕੇ ਬੈਠੇ ਆ, ਪਹਿਲਾਂ ਉੱਥੇ ਚੌਂਕੀ ਦੇ ਵਿੱਚ ਬਿਠਾਈ ਰੱਖਿਆ ਇਹਨਾਂ ਨੂੰ ਬਿਆਨ ਲੈਣ ਲਈ, ਉੱਥੇ ਵੀ ਕਿੰਨੀ ਦੇਰ ਬੈਠੇ ਰਹੇ, ਹੁਣ ਇੱਥੇ ਆ ਗਏ ਵਾ। ਉਹ ਸਮਾਂ ਕਿ ਇਹ ਪ੍ਰੈਸ਼ਰ ਬਣਾ ਰਿਹਾ ਕਿ ਤੁਸੀਂ ਉਹਦਾ ਪੋਸਟਮਾਰਟਮ ਕਰੋ ਔਰ ਸੰਸਕਾਰ ਕਰੋ। ਜਿਹੜੇ ਸੰਸਕਾਰ ਹੋ ਗਿਆ ਬਾਅਦ ਚ ਕਿਹਨੇ ਇੱਥੇ ਦੇਖਿਆ ਕੌਣ ਕਿਹਦੀ ਕਰਦੇ? ਅਸੀਂ ਨਾਮਜ਼ਦ ਨਹੀਂ ਕਰਦੇ ਮੇਅਰ ਦੇ ਗੱਡੀ ਨੂੰ ਔਰ ਗਨਮੈਨ ਨੂੰ, ਉਦੋਂ ਤੱਕ ਸੰਸਕਾਰ ਕੀਤਾ ਜਾਏਗਾ? ਨਹੀਂ, ਦੇਖੋ, ਇੱਕ ਤਾਂ ਗੱਡੀ ਉਹਦੀ ਨਾਮਜ਼ਦ ਹੋਣੀ ਚਾਹੀਦੀ ਆ, ਦੂਸਰਾ ਜਿਹੜਾ ਉਹਦਾ ਗਨਮੈਨ ਆ ਉਹਨੂੰ ਅਰੈਸਟ ਕੀਤਾ ਜਾਵੇ, ਤੀਸਰਾ ਜੇ ਨਹੀਂ ਕਰਦੇ ਤੇ ਅੱਜ 5 ਵਜੇ ਤੱਕ ਦਾ ਇਹਨਾਂ ਨੂੰ ਟਾਈਮ ਦਿੱਤਾ, ਜੇ 5 ਵਜੇ ਤੱਕ ਇਹਨਾਂ ਨੇ ਸਾਰੀ ਉੱਤੇ ਕਾਰਵਾਈ ਕਰਤੀ ਉਹਨੂੰ ਅਰੈਸਟ ਕਰ ਲਿਆ ਠੀਕ ਆ, ਨਹੀਂ ਤਾਂ ਕੱਲ ਸਵੇਰੇ 10 ਵਜੇ ਅਸੀਂ ਕਮਾਲਪੁਰ ਚੌਂਕ ਦੇ ਵਿੱਚ ਡੈਡ ਬੋਡੀ ਰੱਖ ਕੇ ਆਪਣੇ ਵੱਲੋਂ ਜੋ ਪੁਲਿਸ ਪ੍ਰਸ਼ਾਸਨ ਦੀ ਜੋ ਇਹਨਾਂ ਦੇ ਉੱਤੇ ਐਲੀਗੇਸ਼ਨ ਜਿਹੜੇ ਲੱਗਦੇ ਪਏ ਆ ਵੀ ਉਹਦਾ ਸਾਥ ਦੇ ਰਿਹਾ, ਇਹਦਾ ਅਸੀਂ ਪਿੱਟ ਸਿਆਪਾ ਸਾਰੇ ਕਰਾਂਗੇ। ਜਿਹੜਾ ਮ੍ਰਿਤਕ ਅਮਰਪ੍ਰੀਤ ਕੌਰ ਉਹਦੇ ਪਰਿਵਾਰ ਵੱਲੋਂ ਇਹ ਜਿਹੜੀ ਮੰਗ ਕੀਤੀ ਜਾ ਰਹੀ ਹੈ
ਬਈ ਮੁਲਾਜ਼ਮ ਜਿਹੜਾ ਜਿਹਦਾ ਪਿਸਟਲ ਸੀਗਾ ਉਹਦੇ ਤੇ ਕਾਰਵਾਈ ਕੀਤੀ ਜਾਵੇ। ਇਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਅਸੀਂ ਉਹਨੂੰ ਐਸਐਸਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਆਲਰੇਡੀ ਪਹਿਲਾਂ ਹੀ ਜਿਹੜਾ ਆ ਉਹਨੂੰ ਸਸਪੈਂਡ ਕਰ ਦਿੱਤਾ ਆ, ਉਹਦੀ ਜਿਹੜੀ ਅਣਗਹਿਲੀ ਕਰਕੇ। ਤੇ ਬਾਕੀ ਤਫਤੀਸ਼ ਜਿਹੜੀ ਹੈਗੀ ਆ ਮੁਕੱਦਮੇ ਦੀ ਚੱਲ ਰਹੀ ਹੈਗੀ। ਮੁਕੱਦਮੇ ਦੀ ਤਫਤੀਸ਼ ਦੇ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਸਰਕਾਰਾਂ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਕਿ ਕਿਸੇ ਵੀ ਕਿਸਾਨ ਮਜ਼ਦੂਰ ਦੇ ਘਰ ਅਤੇ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ, ਪਰ ਜ਼ਮੀਨ ਦੀ ਕੁਰਕੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਸ ਲਈ ਪਿੰਡ ਕਰਮਗੜ੍ਹ ਔਤਾਵਾਲੀ ਦੇ ਕਿਸਾਨ ਦਰਸ਼ਨ ਸਿੰਘ ਦੀ ਜ਼ਮੀਨ ਦੀ ਕੁਰਕੀ ਰੁਕਵਾਉਣ ਲਈ BKU ਡਕੌਂਦਾ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਮਾਨਸਾ ਤਹਿਸੀਲ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦਾ ਬੋਝ ਲਗਾਤਾਰ ਵਧ ਰਿਹਾ ਹੈ ਤੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਹਰ ਵਾਰ ਵਾਅਦਾ ਕੀਤਾ ਜਾਂਦਾ ਹੈ ਕਿ ਕਿਸਾਨਾਂ ਦਾ ਕਰਜ਼ ਮਾਫ ਕੀਤਾ ਜਾਵੇਗਾ, ਪਰੰਤੂ ਕਰਜ਼ ਮਾਫ ਕਰਨ ਦੀ ਬਜਾਏ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕੀਤੀਆਂ ਜਾ ਰਹੀਆਂ ਹਨ। ਦਰਸ਼ਨ ਸਿੰਘ ਦੇ ਬੇਟੇ ਬੇਅੰਤ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਵੱਲੋਂ ਇੱਕ ਬੈਂਕ ਤੋਂ ਕਰਜ਼ ਲਿਆ ਗਿਆ ਸੀ, ਪਰ ਉਸ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਲਗਾਤਾਰ ਬੈਂਕ ਵੱਲੋਂ ਉਹਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ 2 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਉਸ ਤੇ ਕਰਜ਼ੇ ਦਾ ਬੋਝ ਲਗਾਤਾਰ ਵਧ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦਾ ਕਰਜ਼ ਮੁਆਫ ਕੀਤਾ ਜਾਵੇ। ਪਿੰਡ ਤਾਂ ਕਰਮਗੜ੍ਹ ਔਤਾਂ ਵਾਲੀ ਹੈ ਤੇ ਕਰਜ਼ਾ ਮੇਰੇ ਪਾਪੇ ਨੇ ਲੈਤਾ ਸੀਗਾ ਜੀ। ਆਦੇ ਬਿਮਾਰ ਹੋ ਗਿਆ ਜੀ, ਉਹਨੇ ਆ ਕੇ ਇਲਾਜ ਕਰਾ ਲੂੰਗਾ। ਮੁੜ ਕੇ ਜੀ ਕਰਜ਼ਾ ਲੈਣ ਤੋਂ 2.5 ਸਾਲ ਬਾਅਦ ਡੈਥ ਹੋ ਗਈ। ਕੁਛ ਟਾਈਮ ਜੀ ਮੈਂ ਭਰਿਆ ਉਹ, ਫਿਰ ਤੁਹਾਨੂੰ ਪਤਾ ਜਦੋਂ ਪੈਸੇ ਲੱਗ ਗਏ ਮੁੜ ਕੇ ਮੈਂ ਭਰੇ ਨਹੀਂ। ਸਰਕਾਰ ਕਹਿੰਦੀ ਸੀ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ ਹੋਊਗਾ। ਤੁਹਾਡਾ ਕਿੰਨੇ ਏਕੜ ਜ਼ਮੀਨ ਹੈ ਤੇ ਕੀ ਸਾਡੇ ਕੋਲ 2 ਕਿੱਲੇ ਵਾਹਣ ਹੈ ਜੀ ਤੇ ਇੱਕ ਵੀ ਕਰਿਆ ਤਾਂ ਇਹਨਾਂ ਨੇ 2 ਲੱਖ ਦਾ ਲੋਨ ਸੀਗਾ ਜੀ, ਦਿੱਤਾ ਸੀ ਮੇਰੇ ਪਾਪੇ ਨੂੰ। ਇੱਕ ਵੀ ਮਾਫ ਤਾਂ ਕਿੱਥੋਂ ਕਰਨਾ ਸੀ, ਸਗੋਂ ਦੁੱਗਣਾ ਕਰਨ ਲੱਗ ਗਏ। ਕਿਸੇ ਨਾਲ ਗੱਲਬਾਤ ਹੋਈ ਨਹੀਂ ਵੀ ਛੋਟੇ ਕਿਸਾਨ ਅਸੀਂ ਤੁਹਾਡੇ ਨਾਲ ਕੋਈ ਕਿਸੇ ਦੀ ਲਿਸਟ ਦੇ ਵਿੱਚ ਨਾਮ ਨਾ ਜੀ, ਕਦੇ ਕਿਸੇ ਨੇ ਨਹੀਂ ਆਖਿਆ। ਸਗੋਂ ਨਹੀਂ ਉਦੋਂ ਵੱਧ ਤੰਗ ਕਰਦੇ ਆ। ਹੁਣ ਰੋਜ਼ ਘਰੇ ਬੈਂਕ ਵਾਲੇ ਆ ਜਾਂਦੇ ਆ। ਕੀ ਮੰਗ ਕਰਦੇ ਹੋ? ਮੰਗ ਤਾਂ ਇਹੀ ਕਰਦੇ ਜੀ, ਮਾਫ ਕੀਤਾ ਜਾਵੇ ਇਹਨੂੰ। ਅੱਜ ਮਾਨਸਾ ਤਹਿਸੀਲਦਾਰ ਦਾ ਦਫ਼ਤਰ ਘਿਰਿਆ ਹੋਇਆ ਸੀ ਕਿਉਂਕਿ ਇੱਕ ਛੋਟਾ ਕਿਸਾਨ ਹੈਗਾ ਕਰਮਗੜ੍ਹ ਔਤਾਵਾਲੀ ਦਾ, ਤੇ ਉਹਨੇ ਸਿਰਫ 2 ਲੱਖ ਰੁਪਏ ਦੀ ਲਿਫਟ ਕਰਾਈ ਸੀ। ਜਿਹੜੀ ਪਹਿਲੀ ਲਿਫਟ 1,20,000 ਰੁਪਏ ਚੱਕਿਆ ਸੀਗਾ, 80,000 6 ਮਹੀਨਿਆਂ ਬਾਅਦ ਉਹਨੇ ਮਤਲਬ ਲੈਣਾ ਸੀਗਾ ਪਹਿਲੀ ਕਿਸ਼ਤ ਭਰ ਕੇ। ਉਹਦੀ ਬਿਮਾਰੀ ਦਾ ਚੱਲਣ ਕਰਕੇ ਉਹ ਜਿਹੜਾ 1,20,000 ਲੈਤਾ ਉਹਦੀ ਬਿਮਾਰੀ ਤੇ ਲੱਗ ਗਿਆ ਤੇ ਲਗਾਤਾਰ 7 ਸਾਲ ਹੋ ਗਏ। ਲਿਫਟ ਦਾ ਕੁਛ ਵਿਆਜ ਭਰਿਆ, ਲਿਫਟ ਖੜ ਗਈ ਹੈ ਤੇ ਮੈਨੇਜਰ ਵੱਲੋਂ ਚੱਕ ਕੇ ਕੇਸ ਅਦਾਲਤ ਦੇ ਵਿੱਚ ਲਾਤਾ। ਸਿਰਫ 1,20,000 ਪਿੱਛੇ ਅੱਜ ਵੱਡੀ ਰਕਮ ਆ ਜਿਹੜੀ ਅਦਾਲਤ ਨੇ ਪਾ ਕੇ ਉਸ ਪਰਿਵਾਰ ਨੂੰ ਖੜੀ ਕਰਤੀ, ਕਿਉਂਕਿ ਜਿਹੜਾ ਜ਼ਿੰਮੇਦਾਰ ਬੰਦਾ ਸੀ ਉਹਦੀ ਮੌਤ ਹੋ ਗਈ, ਮਗਰ ਬੱਚੇ ਰਹਿ ਗਿਆ। ਬੱਚੇ ਭੜਕਦੇ ਫਿਰਦੇ ਆ ਕਿਉਂਕਿ 2 ਕਿੱਲੇ ਬਣਦੇ ਆ, 2 ਕਿੱਲਿਆਂ ਤੇ ਲਾਲ ਲਖੀਰ ਲਾਤੀ, ਨਾ ਤਾਂ ਉਹ ਕਨਾਲ ਵੇਚ ਕੇ ਖੜਾ ਛੜਾ ਸਕਦੇ ਆ ਤੇ ਬਿਮਾਰੀ ਤੇ ਵੱਡੀ ਪੱਧਰ ਤੇ ਪੈਸਾ ਲੱਗਣ ਕਰਕੇ ਤੇ ਸਰਕਾਰ ਇਸ ਗੱਲ ਤੇ ਕੰਨਾਂ ਦੇ ਵਿੱਚ ਤੇਲ ਪਾਈ ਬੈਠੀ ਹੈ, ਜਿਹੜੀ ਕਹਿੰਦੀ ਆ ਵੀ ਕਿਸਾਨਾਂ ਦਾ ਕਰਜ਼ਾ ਰੱਦ ਕਰ ਦਾਂਗੇ ਜੀ ਅਸੀਂ। ਕਿਸਾਨ ਤਾਂ ਰੀਲ ਦੀ ਹੱਡੀ ਆ, ਦੇਸ਼ ਦਾ ਢਿੱਡ ਭਰਦੇ ਆ ਤੇ ਪਰ ਉਹ ਤੋਂ ਸਿਰਫ ਜਿਹੜੀ ਜੇ ਕਹਿਦੀ ਹੈ ਵੀ 1% ਵੀ ਉਹ ਤੇ ਅਮਲ ਨਹੀਂ ਹੈਗਾ ਕਿਸਾਨਾਂ ਦੇ ਜਿਹੜੇ ਕਰਜ਼ੇ ਦੇ ਉੱਤੇ ਹੈ। ਤੇ ਅਸੀਂ ਮੰਗ ਕਰਦੇ ਹਾਂ ਵੀ ਜੇ ਥੱਲੜੇ ਗਰਾਊਂਡ ਤੇ ਆ ਕੇ ਭਗਵੰਤ ਮਾਨ ਨੇ ਜੇ 2022 ਦੇ ਵਿੱਚ ਲੋਕਾਂ ਨੂੰ ਮੂੰਹ ਦਿਖਾਉਣਾਗਾ ਤਾਂ ਥੱਲੇ ਗਰਾਊਂਡ ਤੇ ਆ ਕੇ ਕਿਸਾਨ ਜਿਹੜੇ ਰੋਜ਼ ਖੁਦਕਸ਼ੀਆਂ ਕਰਦੇ ਆ, ਖੁਦਕਸ਼ੀਆਂ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ, ਉਹਨਾਂ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ ਤੇ ਗਾਹਾਂ ਵਾਸਤੇ ਖੇਤੀ ਦੀ ਨੀਤੀ ਬਣਾਈ ਜਾਵੇ। ਖੇਤੀ ਦੇ ਉੱਤੇ ਖਰਚ ਬਾਹਲਾ ਹੁੰਦਾਗਾ, ਖੇਤੀ ਕਮਾਉਂਦੇ ਲੋਕ ਬਥੇਰਾ, ਪਰ ਉਹਦਾ ਜਿਹੜਾ ਪੂਰਾ ਮੁੱਲ ਹੈ, ਮੁੱਲ ਮਿਲਣਾ ਕਰਕੇ ਕਿਸਾਨ ਅੱਜ ਫੇਲ ਹੈ ਤੇ ਸਰਕਾਰ ਨੂੰ ਅਪੀਲ ਆ ਵੀ ਫੌਰੀ ਤੌਰ ਤੇ ਜਿਹੜੇ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਕਿਸਾਨਾਂ ਨਾਲ ਪੂਰੇ ਕਰੇ। ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੁਣਵਾਈ ਕਰ ਰਹੇ ਸੈਸ਼ਨ ਜੱਜ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਆਮ ਤੌਰ ਤੇ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ 'ਚ 5 ਸਾਲ ਲੱਗ ਸਕਦੇ ਹਨ। ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਵੀ ਮੁਲਜ਼ਮ ਹੈ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਵੀ ਰਾਮ ਸੁਬਰਮਨੀਅਮ ਦੇ ਬੈਂਚ ਨੇ ਕਿਹਾ ਕਿ ਸੈਸ਼ਨ ਜੱਜ ਕਹਿ ਰਹੇ ਹਨ ਕਿ ਆਮ ਹਾਲਤਾਂ ਵਿੱਚ 5 ਸਾਲ ਲੱਗ ਸਕਦੇ ਹਨ। ਸਿਖਰਲੀ ਅਦਾਲਤ ਨੇ ਪਿਛਲੇ ਮਹੀਨੇ ਸੈਸ਼ਨ ਅਦਾਲਤ ਨੂੰ ਪੁੱਛਿਆ ਸੀ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੁਣਵਾਈ ਨੂੰ ਪੂਰਾ ਕਰਨ ਲਈ ਉਸ ਅਦਾਲਤ ਵਿੱਚ ਹੋਰ ਕੇਸਾਂ ਦੀ ਸੁਣਵਾਈ ਸਮਾਂ ਸੂਚੀ ਨਾਲ ਸਮਝੌਤਾ ਕੀਤੇ ਬਿਨਾਂ ਆਮ ਤੌਰ ਤੇ ਕਿੰਨਾ ਸਮਾਂ ਲੱਗ ਸਕਦਾ ਹੈ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।